ਮਾਣਮੱਤੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਹਾਜ਼ਰ ਹੋਏ ਹਾਂ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਇਸ ਵਿਚਾਰ ਵਟਾਂਦਰਾ ਪ੍ਰੋਗਰਾਮ ਦੇ ਤਹਿਤ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਣੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਔਰ ਸਾਡੇ ਮਾਣਮੱਤੇ ਦਰਸ਼ਕ ਜਿਹੜੇ ਨੇ ਇਹਨਾਂ ਪ੍ਰੋਗਰਾਮਾਂ ਦੇ ਸੰਬੰਧੀ ਆਪਣੇ ਸੁਝਾਅ ਔਰ ਆਪਣੀ ਹਾਜ਼ਰੀ ਜਿਹੜੀ ਹੈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਲਾਈਵ ਪ੍ਰੋਗਰਾਮਾਂ ਦੇ ਵਿੱਚ ਭਰਦੇ ਨੇ। ਔਰ ਮੈਂ ਅੱਜ ਵੀ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਅੱਜ ਦਾ ਵਿਸ਼ਾ ਦੱਸਣ ਤੋਂ ਪਹਿਲਾਂ ਹੀ ਜਿਵੇਂ ਤੁਹਾਨੂੰ ਪਤਾ ਕਿ 7187865221 ਔਰ 718 ਪੰਜਾਬ 1 ਦੇ ਉੱਤੇ ਤੁਸੀਂ ਆਪਣੀ ਹਾਜ਼ਰੀ ਜਦੋਂ ਵੀ ਜੀ ਚਾਹੋ ਲਵਾ ਸਕਦੇ ਹੋ। ਅੱਜ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਆਪਣੇ ਇਸ ਮੰਚ ਤੋਂ ਇਸ ਪ੍ਰੋਗਰਾਮ ਦੇ ਵਿੱਚ ਧਾਰਮਿਕ ਮਸਲੇ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਔਰ ਹੋਰ ਆਸ-ਪਾਸ ਦੀਆਂ ਜਿਹੜੀਆਂ ਮੁਲਕਾਂ ਦੀਆਂ ਗੱਲਾਂ, ਆਂਢ ਗੁਆਂਢ ਦੀਆਂ ਗੱਲਾਂ ਔਰ ਸਮਾਜ ਦੇ ਵਿੱਚ ਵਾਪਰਦੀਆਂ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਵੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦੇ ਹਾਂ। ਪਰ ਅੱਜ ਦਾ ਜਿਹੜਾ ਇੱਕ ਵਿਸ਼ਾ ਹੈ ਉਹ ਸ਼ਾਇਦ ਇਤਿਹਾਸਕ ਵਿਸ਼ਾ ਹੋਏਗਾ ਔਰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਅਜਿਹਾ ਵਿਸ਼ਾ ਹੈ ਜੇ ਆਪਾਂ ਸਮੁੱਚੀ ਸਿੱਖ ਕੌਮ ਦੀ ਗੱਲ ਕਰ ਲਈਏ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਹੈ, ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੈ, ਚਾਹੇ ਉਹ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਹੈ ਔਰ ਜਾਂ ਇਸ ਸਮੇਂ ਜਿਹੜੀ ਵਿਚਰ ਰਹੀ ਪੀੜ੍ਹੀ ਹੈ ਜਾਂ ਜਿਹੜੀ ਆਉਣ ਵਾਲੀ ਇੱਕ ਸਿਖਾਂਦਰੂ ਪੀੜ੍ਹੀ ਹੈ ਉਹ ਅਤੀਤ ਦੇ ਜਿਹੜੇ ਹੀਰੋਜ਼ ਨੇ ਉਹਨਾਂ ਦੇ ਬਾਰੇ 'ਚ ਮੈਂ ਜ਼ਰੂਰ ਕਹਾਂਗਾ ਕਿ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਸਾਡਾ ਅੱਜ ਦਾ ਵਿਸ਼ਾ ਜਿਹੜਾ ਇੱਕ ਨਵੇਕਲਾ ਵਿਸ਼ਾ ਹੈ ਕਿ ਸਰਦਾਰਾਂ ਦਾ ਸਿਰਦਾਰ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਸਰਦਾਰਾਂ ਦਾ ਸਿਰਦਾਰ ਇੱਕੋ ਹੋਇਆ ਸਰਦਾਰ ਕਪੂਰ ਸਿੰਘ ਜੀ, ICS ਅਫਸਰ ਜਿਹੜੇ ਭਾਰਤ ਦੇ ਵਿੱਚ ਉਹਨਾਂ ਨੇ ਬੜਾ ਲੰਬਾ ਸਮਾਂ ਸੇਵਾਵਾਂ ਦਿੱਤੀਆਂ। ਪਰ ਉਹਨਾਂ ਦੇ ਬਾਰੇ ਜਿੱਥੇ ਅਸੀਂ ਜਾਣਕਾਰੀ ਜਿਹੜੀ ਆਪਣੇ ਮਹਿਮਾਨਾਂ ਕੋਲੋਂ ਲਵਾਂਗੇ, ਪਰ ਥੋੜ੍ਹਾ ਜਿਹਾ ਉਹਨਾਂ ਦੇ ਬਾਰੇ ਮੈਂ ਵੀ ਤੁਹਾਨੂੰ ਚਾਨਣਾ ਜਿਹੜਾ ਹੈ ਉਹ ਜ਼ਰੂਰ ਪਾਉਣਾ ਚਾਹੁੰਦਾ। ਇੱਜ਼ਤ, ਵਫਾ ਤੇ ਖੁਦੀ ਦੀ ਇੱਕ ਬੁਲੰਦ ਤਸਵੀਰ ਆਪਣੇ ਆਪ ਦੇ ਵਿੱਚ ਹੀ ਇੱਕ ਹਸਤੀ ਸਰਦਾਰ ਕਪੂਰ ਸਿੰਘ ਜੀ ਜਿਹੜੇ ਕਿ ਇੱਕ ਮਹਾਨ ਸਿੱਖ ਫਿਲਾਸਫਰ ਹੋਏ ਔਰ ਉਹਨਾਂ ਦੀ 2 ਮਾਰਚ ਨੂੰ ਜਿਹੜੀ ਉਹਨਾਂ ਦੀ 100 ਸਾਲਾ ਵਰ੍ਹੇਗੰਢ ਜਨਮ ਸ਼ਤਾਬਦੀ ਜਿਹੜੀ ਹੈ ਉਹ ਮੰਨੀ ਗਈ। ਜਿੱਥੇ ਹਮੇਸ਼ਾ ਹੀ ਜਦੋਂ ਸਿੱਖ ਕੌਮ ਦੇ ਪ੍ਰਤੀ ਕੁਝ ਗੱਲਾਂ ਹੁੰਦੀਆਂ ਨੇ, ਜਦੋਂ ਵਿਚਾਰ ਵਟਾਂਦਰੇ ਹੁੰਦੇ ਨੇ, ਕੌਮੀ ਸੈਮੀਨਾਰ ਹੁੰਦੇ ਨੇ, ਤਾਂ ਉਸ ਵੇਲੇ ਸਰਦਾਰ ਕਪੂਰ ਸਿੰਘ ਹੋਰਾਂ ਦੇ ਬਾਰੇ 'ਚ ਉਹਨਾਂ ਦੀ ਫਿਲਾਸਫੀ ਔਰ ਉਹਨਾਂ ਵੱਲੋਂ ਜ਼ਿੰਦਗੀ ਦੇ ਵਿੱਚ ਔਰ ਸਿੱਖ ਕੌਮ ਦੇ ਵਾਸਤੇ ਕੀਤੀਆਂ ਪ੍ਰਾਪਤੀਆਂ ਔਰ ਕੀਤਾ ਜ਼ਿਕਰ ਜਿਹੜਾ ਹਮੇਸ਼ਾ ਹੀ ਮਾਨੇ ਰੱਖਦਾ ਔਰ ਉਹਨਾਂ ਦੀਆਂ ਉਦਾਹਰਨਾਂ ਤੇ ਮਿਸਾਲਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਔਰ ਮੈਂ ਇਹ ਵੀ ਗੱਲ ਕਹਾਂਗਾ ਕਿ ਹਮੇਸ਼ਾ ਤੋਂ ਹੀ ਬਾਗੀ ਸੁਰ ਰੱਖਣ ਵਾਲੇ ਔਰ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਔਰ ਆਪਣੇ ਅਸੂਲਾਂ ਤੋਂ ਭਟਕਣ ਨਾ ਵਾਲੇ ਔਰ ਹਮੇਸ਼ਾ ਹੀ ਅਸੂਲਾਂ ਦੇ ਉੱਤੇ ਅੜੇ ਰਹਿਣ ਵਾਲੇ, ਉਹਨਾਂ ਦੇ ਅਸੂਲਾਂ ਦਾ ਜੇ ਜ਼ਿਕਰ ਕਰੀਏ ਤਾਂ 1947 ਦੀ ਵੰਡ ਤੋਂ ਪਹਿਲਾਂ ਜਿੱਥੇ ਉਹਨਾਂ ਦੀ ਸੱਚਾਈ ਤੇ ਉਹਨਾਂ ਦੀ ਦਮਦਾਰ ਆਵਾਜ਼ ਜਿਹੜੀ ਹੈ ਉਹ ਭਾਵੇਂ ਅੰਗਰੇਜ਼ਾਂ ਨੇ ਤਾਂ ਜਰੀ, ਪਰ 1947 ਦੀ ਆਜ਼ਾਦੀ ਤੋਂ ਬਾਅਦ ਆਪਣਿਆਂ ਨੇ ਆਜ਼ਾਦ ਭਾਰਤ ਦੀ ਜਿਹੜੇ ਗੱਲ ਕਰਦੇ ਸੀ, ਇੱਧਰ ਮਾਸਟਰ ਤਾਰਾ ਸਿੰਘ ਜੀ ਹੋਰੀ ਵੀ ਆਏ ਔਰ ਉੱਥੇ ਸਰਦਾਰ ਕਪੂਰ ਸਿੰਘ ਹੋਰਾਂ ਦੀ ਆਵਾਜ਼ ਨੂੰ ਬੰਦ ਕਰਨ ਦੀਆਂ ਜਿਹੜੀਆਂ ਸਮੇਂ-ਸਮੇਂ ਦੇ ਉੱਤੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਔਰ ਇੱਕ ਉੱਚੀ ਪਦਵੀ ਦੇ ਉੱਤੇ ਹੁੰਦਿਆਂ ਸਰਦਾਰ ਜੀ ਹੋਰਾਂ ਨੂੰ ICS ਦੇ ਉਸ ਸਰਕਾਰੀ ਅਹੁਦੇ ਤੋਂ ਡਿਸਮਿਸ ਵੀ ਕੀਤਾ ਗਿਆ। ਉਹਦਾ ਸਭ ਤੋਂ ਵੱਡਾ ਕਾਰਨ ਕਿ 1947 ਤੋਂ ਬਾਅਦ ਜਿੱਥੇ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਦੀ ਸ਼ਿਰਕਤ ਹੋਈ, ਉੱਥੇ ਸਰਕਾਰ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਔਰ ਉਸ ਵੇਲੇ ਉਹ ਉੱਚ ਅਹੁਦੇ 'ਤੇ ਸਨ। ਉਹ ਸਰਕੂਲਰ ਉਹਨਾਂ ਕੋਲ ਵੀ ਆਇਆ ਕਿ ਸਿੱਖ ਇੱਕ ਜਰਾਇਮ ਪੇਸ਼ਾਵਰ ਕੌਮ ਹੈ ਔਰ ਇਹਨਾਂ ਨੂੰ ਦੱਬ ਦਿੱਤਾ ਜਾਵੇ, ਕੁਚਲ ਦਿੱਤਾ ਜਾਵੇ। ਸਰਕਾਰ ਦੀ ਅੰਦਰੂਨੀ ਨੀਤੀ ਨੂੰ ਉਹਨਾਂ ਨੇ ਓਪਨ ਕੀਤਾ ਕਿ ਸਿੱਖ ਇੱਕ ਜਰਾਇਮ ਪੇਸ਼ਾਵਰ ਲੋਕ ਨਹੀਂ। ਇਸੇ ਗੱਲ ਨੂੰ ਲੈ ਕੇ ਸਿੱਧੇ ਅਸਿੱਧੇ ਢੰਗ ਦੇ ਨਾਲ ਉਹਨਾਂ ਦੇ ਉੱਤੇ ਕਰਪਸ਼ਨ ਦੇ ਚਾਰਜਸ ਲਗਾ ਕੇ ਉਹਨਾਂ ਨੂੰ ਜਿੱਥੇ ਡਿਸਮਿਸ ਕੀਤਾ ਗਿਆ, ਉੱਥੇ ਪਰ ਉਹਨਾਂ ਦੀ ਬੁਲੰਦ ਆਵਾਜ਼ ਤੇ ਉਹਨਾਂ ਦੀ ਸ਼ਖਸੀਅਤ ਜਿਹੜੀ ਸੀ ਉਹਨਾਂ ਨੂੰ ਇੱਕ ਸਿੱਖ ਕੌਮ ਦਾ ਸਦੀਵੀ ਹੀਰਾ ਜਿਹੜਾ ਉਹ ਗਰਦਾਨ ਗਈ। ਉਸ ਤੋਂ ਬਾਅਦ ਸਰਦਾਰ ਜੀ ਮੈਂਬਰ ਪਾਰਲੀਮੈਂਟ ਵੀ ਬਣੇ ਔਰ 1966 ਦੇ ਵਿੱਚ ਸਰਦਾਰ ਜੀ ਹੋਣਾ ਨੇ ਜਿਹੜਾ ਅੱਜ ਦਾ ਨਵਾਂ ਪੰਜਾਬ ਹੈ ਉਹਦੇ ਵਿਰੋਧ ਦੇ ਵਿੱਚ ਵੀ ਉਹ ਬੋਲੇ। ਉਸ ਗੱਲ ਨੂੰ ਲੈ ਕੇ ਅਸੀਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਆਦਤ ਮੁਤਾਬਕ ਜਦੋਂ ਸਰਦਾਰ ਜੀ ਦੁਬਾਰਾ ਪਾਰਲੀਮੈਂਟ ਦੇ ਵਿੱਚ ਜਾਣ ਵਾਸਤੇ ਐਸੀ ਸ਼ਖਸੀਅਤ ਖੜੀ ਹੋਈ ਤੇ ਸੰਤ ਫਤਿਹ ਸਿੰਘ ਹੋਰਾਂ ਨੇ ਇੱਕ ਅਜਿਹੇ ਵਿਦਵਾਨ ਨੂੰ ਹਰਾਉਣ ਵਾਸਤੇ, ਇੱਕ ਅਜਿਹੇ ਫਿਲਾਸਫਰ ਤੇ ਬੁੱਧੀਜੀਵੀ ਨੂੰ ਹਰਾਉਣ ਵਾਸਤੇ ਆਪਣਾ ਡਰਾਈਵਰ ਜਿਹੜਾ ਸੀ ਉਹਨਾਂ ਦੇ ਵਿਰੋਧ ਵਿੱਚ ਖੜਾ ਕੀਤਾ। ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡੀ ਬਦਕਿਸਮਤੀ ਸੀ ਕਿ ਸਿੱਖਾਂ ਨੇ ਹੀ ਆਪਣੇ ਇੱਕ ਮਹਾਨ ਫਿਲਾਸਫਰ ਨੂੰ ਹਰਾ ਕੇ
ਡਰਾਈਵਰ ਕਿੱਕਰ ਸਿੰਘ ਨੂੰ ਜਿਤਾਇਆ। ਪਰ ਅੱਜ ਉਹਨਾਂ ਦੀ 100 ਸਾਲਾਂ ਦੀ ਜਨਮ ਸ਼ਤਾਬਦੀ ਵਾਸਤੇ ਮੈਂ ਕਹਾਂਗਾ ਕਿ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਸਲੂਟ ਕਰਨ ਵਾਸਤੇ ਮੇਰੇ ਸਾਰੇ ਦੇ ਸਾਰੇ ਲਫ਼ਜ਼, ਉਸ ਸ਼ਖਸੀਅਤ ਨੂੰ ਸਲੂਟ ਕਰਨ ਵਾਸਤੇ ਮੇਰੇ ਸਾਰੇ ਦੇ ਸਾਰੇ ਲਫ਼ਜ਼ ਬਾਉਣੇ ਨੇ। ਉਹਨਾਂ ਦੇ ਬਾਰੇ ਹੋਰ ਜਾਣਕਾਰੀ ਔਰ ਉਹਨਾਂ ਦੀਆਂ ਇਤਿਹਾਸਕ ਗੱਲਾਂ ਜਿਹੜੀਆਂ ਨੇ, ਸਰਦਾਰ ਕਪੂਰ ਸਿੰਘ ਜੀ ਹੋਰਾਂ ਦਾ ਸਿੱਖ ਧਰਮ, ਸਿੱਖ ਕੌਮ ਨੂੰ ਜੋ ਯੋਗਦਾਨ ਹੈ ਉਸ ਨੂੰ ਵਾਚਣ ਵਾਸਤੇ, ਉਸ ਦੇ ਉੱਤੇ ਗੱਲਾਂ ਕਰਨ ਵਾਸਤੇ, ਸਰਦਾਰ ਕਪੂਰ ਸਿੰਘ ਹੋਰਾਂ ਦੀ ਜ਼ਿੰਦਗੀ ਸੰਬੰਧੀ ਹੋਰ ਚਾਨਣਾ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਅਸੀਂ ਅੱਜ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ। ਮੇਰੇ ਨਾਲ ਬੈਠੇ ਨੇ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ, ਜਿਹੜੇ ਕਿ ਪੰਥਕ ਇੱਕੋ ਇੱਕ ਔਰ ਬਹੁਤ ਪੁਰਾਣਾ ਜਿਹੜਾ ਕਿ ਮਾਸਟਰ ਤਾਰਾ ਸਿੰਘ ਜੀ ਹੋਰਾਂ ਤੋਂ ਚੱਲਿਆ ਆ ਰਿਹਾ ਪੰਥਕ ਮੈਗਜ਼ੀਨ ਸੰਤ ਸਿਪਾਹੀ ਉਹਦੇ ਮੁੱਖ ਸੰਪਾਦਕ ਨੇ। ਮੈਂ ਲਾਂਬਾ ਸਾਹਿਬ ਨੂੰ ਜੀ ਆਇਆਂ ਆਖਦਾ। ਉਹਨਾਂ ਦੇ ਨਾਲ ਹੀ ਸਿੱਖ ਵਿਦਵਾਨ ਔਰ ਸਿੱਖ ਬੁੱਧੀਜੀਵੀ ਜਿਹੜੇ ਕਿ ਚੜ੍ਹਦੀ ਕਲਾ ਅਖਬਾਰ ਦੇ ਮੁੱਖ ਸੰਪਾਦਕ ਨੇ ਔਰ ਹਮੇਸ਼ਾ ਹੀ ਸਿੱਖ ਮਸਲਿਆਂ ਨੂੰ ਆਪਣੀ ਵਿਲੱਖਣਤਾ ਦੇ ਨਾਲ ਤਰਜੀਹ ਦਿੰਦੇ ਨੇ। ਵਾਸ਼ਿੰਗਟਨ DC ਤੋਂ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਡਾਕਟਰ ਅਮਰਜੀਤ ਸਿੰਘ ਜੀ, ਮੈਂ ਡਾਕਟਰ ਸਾਹਿਬ ਹੋਰਾਂ ਨੂੰ ਨਿੱਘੀ ਜੀ ਆਇਆਂ ਆਖਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਤੇ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਕਹਿ ਦਿਆਂ ਕਿ ਜਦੋਂ ਵੀ ਤੁਸੀਂ ਚਾਹੋ ਸਾਨੂੰ ਕਾਲ ਕਰ ਸਕਦੇ ਹੋ, ਔਰ ਜੇਕਰ ਤੁਹਾਡੀ ਕਾਲ ਨਾ ਮਿਲੇ ਤਾਂ ਤੁਸੀਂ ਆਪਣੇ ਅੱਜ ਦੇ ਪ੍ਰੋਗਰਾਮ ਸੰਬੰਧੀ ਵਿਚਾਰ ਜਿਹੜੇ ਨੇ ਉਹ info@justpunjabi.com ਔਰ riyar@justpunjabi.com ਦੇ ਉੱਤੇ ਭੇਜ ਸਕਦੇ ਹੋ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਲਾਂਬਾ ਜੀ, ਅਸੀਂ ਤੁਹਾਡੇ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਸਰਦਾਰ ਕਪੂਰ ਸਿੰਘ ਹੋਰਾਂ ਦੀ ਸ਼ਖਸੀਅਤ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਹੋਰ ਚਾਨਣਾ ਪਾਓ। ਜਿਹੜੇ ਉਹਨਾਂ ਦਾ 100 ਸਾਲਾ ਜਿਹੜਾ ਇੱਕ ਜਨਮ ਦਿਹਾੜਾ ਸ਼ਤਾਬਦੀ ਜਿਹੜੀ ਆ ਉਹ ਮਨਾਈ ਗਈ, ਪਹਿਲੀ ਸ਼ਤਾਬਦੀ, ਉਹਦੇ ਸੰਬੰਧ ਵਿੱਚ ਤੁਸੀਂ ਸਾਨੂੰ ਦੱਸੋ ਵੀ ਮਤਲਬ ਥੋੜਾ ਚਾਨਣਾ। ਪਹਿਲਾਂ ਤੇ ਜਸ ਪੰਜਾਬੀ ਮੁਬਾਰਕ ਦਾ ਪਾਤਰ ਹੈ ਕਿ ਸਰਦਾਰ ਸਾਹਿਬ ਦੇ ਬਾਰੇ, ਉਹਨਾਂ ਦੇ ਬਾਰੇ ਉਚੇਚਾ ਤੁਸੀਂ ਪ੍ਰੋਗਰਾਮ ਦੇ ਰਹੇ ਹੋ। ਔਰ ਜਿਹੜੀ ਸਭ ਤੋਂ ਮੁਬਾਰਕ ਵਾਲੀ ਗੱਲ ਹੋਰ ਹੈ ਕਿ ਜਿਹੜਾ ਇਸ ਦਾ ਸਰਨਾਮਾ ਆਪਨੇ ਦਿੱਤਾ ਹੈ, ਸਰਦਾਰਾਂ ਵਿੱਚ ਸਰਦਾਰ ਜੀ, ਇਹ ਖੁਦ ਇੱਕ ਬੜਾ ਮਹੱਤਵ ਰੱਖਦਾ ਹੈ। ਆਮ ਤੌਰ ਤੇ ਸਰਦਾਰ ਲਫ਼ਜ਼ ਵਰਤਿਆ ਜਾਂਦਾ ਹੈ, ਪਰ ਸਰਦਾਰ ਕਪੂਰ ਸਿੰਘ ਸਿਰਦਾਰ ਲਿਖਦੇ ਸੀ ਜੀ। ਇਹਦੇ ਵਿੱਚ ਹੀ ਉਹਨਾਂ ਦੀ ਸੋਚ, ਉਹਨਾਂ ਦੀ ਡੂੰਘਾਈ, ਉਹਨਾਂ ਦਾ ਫਲਸਫਾ ਲੁਕਿਆ ਹੈ। ਦਰਅਸਲ ਦਾਰ ਲਫ਼ਜ਼ ਦਾ ਅਰਥ ਹੁੰਦਾ ਹੈ ਜਿਸ ਤਰ੍ਹਾਂ ਖੁਦਦਾਰ, ਵਫਾਦਾਰ, ਇੱਜ਼ਤਦਾਰ, ਜਿਸ ਦੀ ਇੱਜ਼ਤ, ਵਫਾ, ਖੁਦਦਾਰੀ ਕਾਇਮ ਹੈ, ਜਿਸ ਦਾ ਸਿਰ ਕਾਇਮ ਹੈ, ਉਸ ਨੂੰ ਸਰਦਾਰ ਕਿਹਾ ਜਾਂਦਾ ਹੈ। ਕੀ ਬਾਤ ਹੈ। ਤੋ ਅਸਲ ਵਿੱਚ ਇਹ ਜਿਹੜਾ ਲਫ਼ਜ਼ ਹੈ ਸਿਰਦਾਰ ਲਫ਼ਜ਼, ਇਹ ਮੱਕੇ ਦੀ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਬਾਰੇ ਵੀ ਵਰਤਿਆ ਗਿਆ ਸੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਅਕਾਲ ਪੁਰਖ ਬਾਰੇ ਕਿਹਾ, ਇਹ ਸੁਭਾਨ ਤੂੰ ਹੀ ਸਰਦਾਰਾ, ਕੀ ਬਾਤ, ਤੂੰ ਹੀ ਸਰਦਾਰ ਹੈ, ਤੇਰਾ ਸਿਰ ਕਾਇਮ ਹੈ ਜੀ। ਤੇ ਜੇ ਅਗਰ ਇਸ ਵਿੱਚ ਰਹਿਤਨਾਮਿਆਂ ਦੇ ਮੁਤਾਬਕ ਦੇਖ ਲਈਏ ਤਾਂ ਜਿਸ ਦੇ ਸਿਰ ਦੇ ਉੱਤੇ ਕੇਸ ਕਾਇਮ ਹੈ ਉਸ ਨੂੰ ਸਰਦਾਰ ਕਿਹਾ ਗਿਆ, ਤੇ ਜਿਸ ਦੇ ਸਿਰ ਤੋਂ ਕੇਸ ਗਾਇਬ ਹੋ ਗਏ ਉਹਨੂੰ ਸਿਰ ਗੁੰਮ ਵੀ ਕਿਹਾ ਗਿਆ ਰਹਿਤਨਾਮਿਆਂ ਦੇ ਵਿੱਚ। ਕੀ ਬਾਤ। ਪਰ ਜਿਹੜਾ ਲਫ਼ਜ਼ ਹੈ ਸਿਰ ਕਾਇਮ ਰੱਖਣਾ, ਇਹ ਖੁਦੀ ਨੂੰ ਕਾਇਮ ਰੱਖਣਾ, ਮੈਂ ਇੱਕ ਛੋਟੀ ਜੀ ਸਾਖੀ ਤੋਂ ਸ਼ੁਰੂ ਕਰਾਂ। ਗੁਰੂ ਨਾਨਕ ਦੇਵ ਜੀ ਜਿਸ ਵੇਲੇ ਸੁਲਤਾਨਪੁਰ ਨਵਾਬ ਦੇ ਕੋਲ ਗਏ ਜੀ, ਤਾਂ ਵਜ਼ੀਰ ਨੇ ਕਿਹਾ ਨਾਨਕ ਤੂੰ ਸਲਾਮ ਨਹੀਂ ਕੀਤਾ, ਨਵਾਬ ਸਾਹਿਬ ਹਨ। ਤਾਂ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਸੀ, ਆਤਮਾ ਬੂਤ ਸਲਾਮੀ ਕਰਤ ਗਰਦਨ ਬੇਤਮਾ ਬੁਲੰਦ ਹੋਵਤ। ਜਿਸ ਆਦਮੀ ਵਿੱਚ ਤਮਾ ਹੋਏਗੀ, ਲਾਲਚ ਹੋਏਗਾ, ਡਰ ਹੋਏਗਾ, ਉਸ ਦੀ ਗਰਦਨ ਝੁਕੇਗੀ। ਜਿਸ ਦੇ ਅੰਦਰ ਤਮਾ, ਲਾਲਚ, ਡਰ ਨਹੀਂ ਹੈ, ਉਸ ਦੀ ਗਰਦਨ ਝੁਕ ਨਹੀਂ ਸਕਦੀ ਜੀ। ਜੇ ਇਸ ਪਿਛੋਕੜ ਵਿੱਚ ਵੇਖਿਆ ਜਾਏ ਤਾਂ ਸਰਦਾਰ ਕਪੂਰ ਸਿੰਘ ਵਾਕਈ ਹੀ ਸਰਦਾਰ ਸੀ, ਜਿਸ ਦੀ ਗਰਦਨ ਕਦੀ ਵੀ ਨਹੀਂ ਝੁਕੀ। ਕਿਸੇ ਵੀ ਅਸੂਲ ਦੇ ਉੱਤੇ ਆ ਕੇ ਉਹਨਾਂ ਨੇ ਕਦੀ ਵੀ ਕੋਈ ਐਸਾ ਇਨਸੀਡੈਂਟ ਨਹੀਂ ਹੈ ਕਿ ਜਿਸ ਦੇ ਤੇ ਉਹਨਾਂ ਨੇ ਆਪਣੀ ਗਰਦਨ ਨੂੰ ਝੁਕਾਇਆ ਹੋਏ। ਉਹਨਾਂ ਨੇ ਆਪਣੀ ਬੁਲੰਦੀ ਨੂੰ ਕਾਇਮ ਰੱਖਿਆ, ਚਾਹੇ ਉਹ ਅੰਗਰੇਜ਼ਾਂ ਦੀ, ਫਰੰਗੀਆਂ ਦੀ ਨੌਕਰੀ ਸੀ, ਚਾਹੇ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਵਿਦਿਆਰਥੀ ਸਨ ਜਿਸ ਵੇਲੇ, ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਨੌਕਰੀ ਦੇ ਉੱਤੇ ਹੁੰਦਿਆਂ ਉਹ ਹਾਲਾਂ ਸਰਕਾਰ ਅੰਗਰੇਜ਼ੀ ਸਰਕਾਰ ਦੇ ਖਿਲਾਫ ਮਹਾਤਮਾ ਗਾਂਧੀ ਜਦੋਜਹਿਦ ਕਰ ਰਹੇ ਸਨ, ਲੜਾਈ ਲੜ ਰਹੇ ਸਨ, ਪਰ ਸਰਦਾਰ ਕਪੂਰ ਸਿੰਘ, ਕਿਤਨੀ ਹੈਰਾਨੀ ਦੀ ਗੱਲ ਹੈ ਕਿ ਨੌਕਰੀ ਦੇ ਵਿੱਚ ਹੁੰਦਿਆਂ ਹੋਇਆਂ ਉਹ ਮਹਾਤਮਾ ਗਾਂਧੀ ਦੇ ਕੋਲ ਗਏ, ਉਹਨਾਂ ਦੇ ਕੋਲ ਰਹੇ। ਔਰ ਜਿਹੜੀ ਮਹਾਤਮਾ ਗਾਂਧੀ ਨੇ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਜੋ ਲਫ਼ਜ਼ ਵਰਤੇ ਸੀ ਕਿ ਗੁਰੂ ਗੋਬਿੰਦ ਸਿੰਘ ਗੁੰਮਰਾਹ ਦੇਸ਼ ਭਗਤ ਹਨ, ਤੇ ਉਸ ਦਾ ਉਹਨਾਂ ਨੇ ਜਾ ਕੇ ਜਿਸ ਢੰਗ ਦੇ ਨਾਲ ਉਹਨਾਂ ਨੂੰ ਕਲੈਰੀਫਿਕੇਸ਼ਨ ਦਿੱਤੀ, ਜਿਸ ਢੰਗ ਦੇ ਨਾਲ ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ, ਇਹ ਉਹਨਾਂ ਦੀ ਸਰਦਾਰੀ ਦਾ ਲਖਾਇਕ ਹੈ। ਰਾਈਟ। ਔਰ ਇਸ ਦੇ ਬਾਅਦ ਵੀ
ਜਦੋਂ ਉਹਨਾਂ ਨੇ ਦੇਸ਼ ਦੀ ਵੰਡ ਦੇ ਮਗਰੋਂ ਜਿਸ ਢੰਗ ਦੇ ਨਾਲ ਉਹਨਾਂ ਨੇ ਉਹ ਲੜਾਈ ਲੜੀ, ਭਾਵੇਂ ਉਹ ਉਹਨਾਂ ਦੇ ਅਸੂਲਾਂ ਦੀ ਲੜਾਈ ਸੀ ਜਾਂ ਜਿਸ ਢੰਗ ਦੇ ਨਾਲ ਉਹਨਾਂ ਦੀ ਆਪਣੀ ਨਿੱਜੀ ਲੜਾਈ ਵੀ, ਜਿਸ ਦੇ ਨਾਲ ਉਹਨਾਂ ਨੂੰ ਕਈ ਸਾਲ, ਤਕਰੀਬਨ 12-13 ਸਾਲ ਉਹਨਾਂ ਨੂੰ ਜਿਹੜੀ ਹਾਈ ਕੋਰਟ ਦੇ ਵਿੱਚ ਔਰ ਫਿਰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੂੰ ਜਾਣਾ ਪਿਆ, ਜਿਸ ਢੰਗ ਦੇ ਨਾਲ ਇਸ ਤੋਂ ਪਹਿਲੇ ਵੀ ਜਿਹੜੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਐਰਿਕ ਵੈਸਟਨ ਨੇ ਜਿਹੜਾ ਇਨਕੁਆਇਰੀ ਕਮਿਸ਼ਨ ਬਣਾਇਆ, ਉਹ ਸਾਰੇ ਦਾ ਸਾਰਾ ਇੱਕ ਲੰਬਾ ਇਤਿਹਾਸ ਹੈ। ਔਰ ਇੱਕ ਇਨਸੀਡੈਂਟ ਜਿਹੜਾ ਹੈ, ਅਗਰ ਉਸ ਨੂੰ ਕਹਿ ਲਿਆ ਜਾਏ ਕਿ ਸਮਕਾਲੀਨ ਸਿੱਖ ਇਤਿਹਾਸ ਦਾ ਇੱਕ ਉਹ ਚੈਪਟਰ ਹੈ, ਪਰ ਦੂਸਰੇ ਪਾਸੇ ਇੱਕ ਇਸ ਵਿੱਚ ਵੀ ਕੋਈ ਅਤਕਥਨੀ ਨਹੀਂ, ਔਰ ਬਲਕਿ ਥੋੜਾ ਅਫਸੋਸ ਹੈ ਕਿ ਜੇ ਅਗਰ ਭਾਵੇਂ ਸਰਦਾਰ ਕਪੂਰ ਸਿੰਘ ਦੀ ਵਿਰੋਧਤਾ ਕਰਦਿਆਂ ਜੇ ਉਹਨਾਂ ਦਾ ਵਿਰੋਧ ਵੀ ਕਰ ਦਿੰਦੇ ਤਾਂ ਵੀ ਉਹ ਸਹੀ ਸੀ, ਪਰ ਉਹਨਾਂ ਨੂੰ ਜਿਸ ਢੰਗ ਦੇ ਨਾਲ ਬਿਲਕੁਲ ਇਗਨੋਰ ਕਰ ਦਿੱਤਾ ਗਿਆ, ਉਹਦੀ ਕੋਈ ਗੱਲ ਵੀ ਨਹੀਂ ਕੀਤੀ ਗਈ। ਹੁਣ ਪੰਜਾਬ ਦੇ ਵਿੱਚ ਥੋੜੀ ਕੋਈ ਚੇਤਨਤਾ ਆਈ ਹੈ ਕਿ ਜਿਹੜੀ ਉਹਨਾਂ ਦੀ ਯਾਦ ਮਨਾਈ ਗਈ, ਜਿਹੜੀ ਉਹਨਾਂ ਦੀਆਂ ਲਿਖਤਾਂ ਔਰ ਜਿਸ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ, ਜੇਕਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਂ ਜਿਹੜੀ ਉਹਨਾਂ ਦੀ ਜਨਮ ਸ਼ਤਾਬਦੀ ਹੀ ਸ਼ਾਇਦ ਇਸ ਵੱਲ ਪ੍ਰੇਰਨਾ ਦੇ ਸਕੇ ਕਿ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ, ਉਹਨਾਂ ਦੀ ਆਵਾਜ਼, ਉਹਨਾਂ ਦੀ ਸੋਚ, ਅਗਰ ਉਹ ਮੁੜ ਉਸ ਦੇ ਬਹਿਸ ਹੋ ਸਕੇ, ਵਿਰੋਧਤਾ ਹੋ ਜਾਏ, ਕੋਈ ਹਰਜ ਨਹੀਂ, ਉਸ ਵਿਰੋਧਤਾ ਦੇ ਵਿੱਚੋਂ ਵੀ ਉਹਨਾਂ ਦੀ ਸੋਚ ਜਿਹੜੀ ਹੈ ਨਿਕਲ ਸਕਦੀ ਹੈ, ਨਿਕਲੇਗੀ, ਕਿਉਂਕਿ ਉਹ ਖੁਦ ਵਿਰੋਧੀ ਰਹੇ ਹਨ, ਖੁਦ ਵਿਰੋਧ ਵਿੱਚ ਰਹੇ ਹਨ, ਬਾਗੀ ਸੁਰ ਚ ਹਮੇਸ਼ਾ ਰਹੇ ਨੇ। ਕਦੀ ਵੀ ਉਹਨਾਂ ਨੇ ਇਸ ਚੀਜ਼ ਤੋਂ ਗੁਰੇਜ਼ ਨਹੀਂ ਕੀਤਾ ਕਿ ਆਪਣੇ ਆਪ ਨੂੰ ਕਿ ਮੈਂ ਵਿਰੋਧ ਦੇ ਵਿੱਚ ਹਾਂ ਤੇ ਮੈਂ ਆਪਣੀ ਆਵਾਜ਼ ਨੂੰ ਭੀੜ ਦੇ ਨਾਲ ਮੈਂ ਮਿਲਾ ਕੇ ਚੱਲਾਂ, ਇਹ ਉਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਕਰਕੇ ਉਹ ਸਰਦਾਰ ਸਨ ਤੇ ਸਰਦਾਰ ਰਹਿਣਗੇ, ਭਾਵੇਂ ਉਹ ਆਪਣੀ ਹਯਾਤੀ ਵਿੱਚ, ਆਪਣੇ ਜੀਵਨ ਕਾਲ ਵਿੱਚ, ਭਾਵੇਂ ਉਸ ਤੋਂ ਬਾਅਦ ਵੀ ਉਹਨਾਂ ਦੀ ਲਿਖਤ ਜਿਹੜੀ ਹੈ, ਉਹ ਲਿਖਤ ਵੀ ਉਹਨਾਂ ਦੀ ਇੱਕ ਸਰਦਾਰ ਹੀ ਹੈ ਔਰ ਸਰਦਾਰੀ ਕਾਇਮ ਰਹੇਗੀ। ਡਾਕਟਰ ਸਾਹਿਬ, ਇਹਦੇ ਨਾਲ ਹੀ ਮੈਂ ਮਤਲਬ ਜਿਵੇਂ ਸਰਦਾਰ ਸਾਹਿਬ ਹੋਰਾਂ ਬਾਰੇ ਗੁਰਚਰਨ ਹੋਰਾਂ ਨੇ ਦੱਸਿਆ, ਨਾਲ ਦੀ ਨਾਲ ਮੈਂ ਮਤਲਬ ਤੁਹਾਡੇ ਕੋਲੋਂ ਇੱਕ ਬੜਾ ਹੀ ਇੰਟਰਸਟਡ ਜਿਹੜਾ ਸਵਾਲ ਹੈ ਤੁਹਾਨੂੰ ਕਰਨਾ ਚਾਹੁੰਦਾ। ਜਿਵੇਂ ਉਹ ਹਮੇਸ਼ਾ ਬਾਗੀ ਸੁਰ ਦੇ ਰਹੇ ਨੇ, ਆਪਣੇ ਅਸੂਲਾਂ ਦੇ ਉੱਤੇ ਅੜੇ ਰਹਿਣ ਵਾਲੇ ਨੇ, ਔਰ ਅਸੀਂ ਇਹ ਵੀ ਗੱਲ ਨਹੀਂ ਭੁੱਲ ਸਕਦੇ ਕਿ ਸਿੱਖ ਕੌਮ ਦੇ ਏਡੇ ਮਹਾਨ ਫਿਲਾਸਫਰ ਔਰ ਇਸ ਤਰ੍ਹਾਂ ਦੇ ਸੰਜੀਦਾ ਆਗੂ ਨੂੰ ਮੌਜੂਦਾ ਅਕਾਲੀ ਰਾਜਨੀਤੀ ਨੇ ਪੰਥ ਵਿੱਚੋਂ ਧੱਕੇ ਮਾਰ ਕੇ ਕੱਢਣ ਵਾਲੀ ਗੱਲ ਕੀਤੀ। ਕਿਵੇਂ ਇੱਕ ਡਰਾਈਵਰ ਨੂੰ ਇੱਕ ਏਡੇ ਵੱਡੇ ਫਿਲਾਸਫਰ ਦੇ ਵਿਰੋਧ ਵਿੱਚ ਲਿਆ ਕੇ ਖੜਾ ਕਰ ਦਿੱਤਾ। ਜੇ ਅਸੀਂ ਸਮੁੱਚੀ ਸਿੱਖ ਲੀਡਰਸ਼ਿਪ ਦਾ ਮਤਲਬ ਇੱਕ ਐਨਾਲਿਸਿਸ ਕਰੀਏ, ਸਾਰੀਆਂ ਧਿਰਾਂ ਨੂੰ, ਸਮੁੱਚੀ ਸਿੱਖ ਲੀਡਰਸ਼ਿਪ ਨੂੰ ਇੱਕ ਪਲੇਟਫਾਰਮ ਦੇ ਉੱਤੇ ਲਿਆ ਕੇ ਇੱਕ ਗੱਲ ਕਰੀਏ, ਕੀ ਅਸੀਂ ਇਹ ਗੱਲ ਮੰਨ ਸਕਦੇ ਹਾਂ ਤੁਹਾਡੇ ਵਿਚਾਰਾਂ ਅਨੁਸਾਰ ਕਿ ਸਰਦਾਰ ਕਪੂਰ ਸਿੰਘ ਹੋਰਾਂ ਦੇ ਨਾਲ ਸਾਡੀ ਸਿੱਖ ਕੌਮ ਜਿਹੜੀ ਆ, ਉਹ ਸਿੱਖ ਕੌਮ ਦੇ ਐਸੇ ਮਹਾਨ ਵਿਦਵਾਨ ਦੇ ਨਾਲ ਵਫਾ ਕਰ ਸਕੀ ਹੈ ਕਿ ਨਹੀਂ ਕਰ ਸਕੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਸ ਪੰਜਾਬੀ ਪ੍ਰੋਗਰਾਮ ਦੇ ਤੁਹਾਡੇ ਸਾਰੇ ਜਿੰਨੇ ਡਿਸੀਜਨ ਮੇਕਰ ਨੇ, ਫੈਸਲਾ ਕਰਨ ਵਾਲੇ ਨੇ, ਔਰ ਬਜ਼ਾਤੇ ਖੁਦ ਤੁਸੀਂ ਹੋ, ਤੁਹਾਨੂੰ ਮੁਬਾਰਕਬਾਦ ਦਿੰਦੇ ਕਿ ਉਹ ਮਹਾਨ ਸ਼ਖਸੀਅਤ ਜਿਸ ਨੂੰ ਤੁਸੀਂ ਠੀਕ ਸਰਦਾਰਾਂ ਦੇ ਸਰਦਾਰ ਦੇ ਨਾਲ ਸੰਬੋਧਨ ਕੀਤਾ, ਔਰ ਭਾਈ ਸਾਹਿਬ ਨੇ ਬੜੇ ਖੂਬਸੂਰਤ ਅੰਦਾਜ਼ 'ਚ ਔਰ ਇਤਿਹਾਸਕ ਪਰਿਖੇਪ ਦੇ ਵਿੱਚ ਇਸ ਸ਼ਬਦ ਦੀ ਨਿਆਂ ਸੰਗਤਤਾ ਜਿਹੜੀ ਹੈ ਉਹਨਾਂ ਨੇ ਦਿੱਤੀ ਹੈ ਜੀ। ਮੈਂ ਜਦੋਂ ਦੇਖਦਾ 20ਵੀਂ ਸਦੀ ਦੇ ਜਿਹੜੇ ਸਿੱਖ ਵਿਚਾਰਵਾਨ ਨੇ ਜਾਂ ਸਿੱਖ ਮਹਾਨ ਸ਼ਖਸੀਅਤਾਂ ਨੇ, ਤੇ ਉਹਨਾਂ ਨੂੰ ਗੁਰੂ ਕਾਲ ਦੇ ਜਿਹੜੇ ਵਿਦਵਾਨ ਸਕਾਲਰ ਨੇ ਉਹਨਾਂ ਨਾਲ ਮੈਂ ਕਦੇ ਆਪਣੇ ਮਨ ਦੇ ਵਿੱਚ ਕੰਪੇਅਰ ਕਰਨ ਦਾ ਯਤਨ ਕਰਦਾ। ਤੇ ਭਾਈ ਸਾਹਿਬ, ਭਾਈ ਵੀਰ ਸਿੰਘ ਸ਼ਾਇਦ ਸਾਡੀ 20ਵੀਂ ਸਦੀ ਦੇ ਉਹ ਭਾਈ ਗੁਰਦਾਸ ਨੇ ਜਿਨ੍ਹਾਂ ਨੇ ਉਵੇਂ ਹੀ ਲਰਨਿੰਗ ਦੇ ਨਾਲ ਇਸ ਗੱਲ ਨੂੰ ਨਵੇਂ ਈਡੀਐਮ 'ਚ, ਨਵੀਂ ਜ਼ਬਾਨ 'ਚ ਅੱਗੇ ਲਿਆਂਦਾ ਜੀ। ਪ੍ਰੋਫੈਸਰ ਪੂਰਨ ਸਿੰਘ ਵੱਲ ਜਦੋਂ ਮੈਂ ਦੇਖਦਾ ਤਾਂ ਉਹਨਾਂ 'ਚੋਂ ਭਾਈ ਨੰਦ ਲਾਲ ਜਿਨ੍ਹਾਂ ਨੇ ਕਿ ਇਸ ਕਦਰ ਜਿਹੜੀ ਅਧਿਆਤਮ ਦੀ ਡੈਪਥ ਵੀ ਮਾਣੀ, ਦੁਨੀਆ ਦੇ ਫਲਸਫੇ ਨੂੰ ਵੀ ਸਮਝਿਆ, ਤੇ ਜਿਸ ਕਦਰ ਉਹਨਾਂ ਦੀ ਰਵਾਨਗੀ ਹੈ। ਤੇ ਸਰਦਾਰ ਕਪੂਰ ਸਿੰਘ ਲਈ ਸਮੁੱਚੀ 5 ਸਦੀ 'ਚ ਦੇਖਦੇ ਆ, ਜੇ ਕੋਈ ਸ਼ਬਦ ਉਹਨਾਂ ਦੇ ਲਈ ਮੇਰੇ ਜ਼ਿਹਨ 'ਚ ਉੱਭਰਦਾ ਹੈ ਤੇ ਮੈਂ ਸਮਝਦਾ ਕਿ ਉਹ ਸਿੱਖਾਂ ਦੇ ਸੁਕਰਾਤ ਨੇ। ਔਰ ਜਦੋਂ ਅਸੀਂ ਸੁਕਰਾਤ ਦੀ ਗੱਲ ਕਰਦੇ ਹਾਂ, ਉਹਦੇ 'ਚ ਤੁਹਾਡੇ ਸਵਾਲ ਦਾ ਵੀ ਜਵਾਬ ਇਸ ਦੇ ਵਿੱਚ ਨਿਹਿਤ ਹੋਏਗਾ ਜੀ। ਸੁਕਰਾਤ ਏਥਨ ਸ਼ਹਿਰ ਜਿੱਥੋਂ ਕਿ ਲੋਕਤੰਤਰ ਦਾ ਜਨਮ ਹੋਇਆ ਹੈ, ਉਸ ਧਰਤੀ ਦਾ ਫਿਲਾਸਫਰ ਹੈ ਜੀ। ਲੋਕਾਂ ਦੇ ਵਿੱਚ ਵਿਚਰਦਾ ਹੈ, ਪਰ ਨੌਜਵਾਨਾਂ ਦੇ ਨਾਲ ਉਸ ਦਾ ਖਾਸ ਲਗਾਵ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਪੁਰਾਣੀ ਸੁਸਾਇਟੀ ਜਿਸ ਰੌਟ ਦੇ ਵਿੱਚ, ਜਿਸ ਤਬਾਹੀ ਦੇ ਵਿੱਚ ਪੁਰਾਣੀ ਜਨਰੇਸ਼ਨ ਜਾਂਦੀ ਹੈ, ਜਿਹੜੀ ਜਵਾਨੀ ਹੈ, ਨੌਜਵਾਨੀ ਹੈ, ਉਹਨਾਂ ਦੇ ਕੋਲ ਇਹ ਸਮਰੱਥਾ ਹੁੰਦੀ ਹੈ ਕਿ ਉਹ ਉਸ ਜਿਹੜਾ ਵੀ ਇੱਕ ਨਾ ਪੱਖੀ ਵਰਤਾਰਾ ਉਸ ਨੂੰ ਬਦਲ ਸਕਦੇ ਨੇ।
ਔਰ ਸੁਕਰਾਤ ਨੂੰ ਵੀ ਜ਼ਹਿਰ ਆਪਣਿਆਂ ਨੇ ਦਿੱਤੀ, ਉਸ ਸ਼ਹਿਰ ਦੇ ਹੀ ਜੱਜਾਂ ਨੇ ਦਿੱਤੀ, ਤੇ ਉਹਨਾਂ ਤੇ ਜਿਹੜਾ ਚਾਰਜ ਲਾਇਆ ਉਹ ਇਹੀ ਹੈ ਕਿ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ, ਉਹਨਾਂ ਨੂੰ ਇਹ ਗਲਤ ਖਿਆਲ ਦੇ ਕੇ ਜਿਹੜਾ ਉਹਨਾਂ ਨੂੰ ਗੁੰਮਰਾਹ ਕਰ ਰਹੇ। ਔਰ ਜੇ ਸਰਦਾਰ ਕਪੂਰ ਸਿੰਘ ਹੋਰਾਂ ਦਾ ਸਮੁੱਚਾ ਹੀ ਜੀਵਨ ਦੇਖੀਏ, ਉਹਨਾਂ ਦਾ ਬ੍ਰਿਟਿਸ਼ ਪੀਰੀਅਡ ਦੇ ਵਿੱਚ ਨੌਕਰੀ 12-13 ਸਾਲ ਦੀ, ਤਾਂ ਉਸ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ ਉਹਨਾਂ ਦੇ ਨਾਲ ਹੋਇਆ ਸਲੂਕ, ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤੇ ਕਿ ਜਦੋਂ 10 ਅਕਤੂਬਰ 1947 ਨੂੰ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਜਿਹੜਾ ਕਿ ਉਸ ਵੇਲੇ ਪਟੇਲ ਹੋਮ ਮੰਤਰੀ ਹੈ, ਉਸ ਤੋਂ ਆਰਡਰ ਲੈਂਦਾ ਹੈ, ਨਹਿਰੂ ਪ੍ਰਧਾਨ ਮੰਤਰੀ ਹੈ, ਉਸ ਤੋਂ ਲੈਂਦਾ, ਸਿੱਖਾਂ ਨੂੰ ਜ਼ਰਾਇਮ ਪੇਸ਼ਾ ਜਿਹੜਾ ਕਬੀਲਾ ਐਲਾਨਣਾ ਔਰ ਇਹ ਕਹਿਣਾ ਕਿ ਵੀ ਇਹ ਬਹੁ ਗਿਣਤੀ ਦੇ ਲਈ ਜਿਹੜਾ ਉਹਨਾਂ ਦੇ ਲਈ ਇੱਕ ਸਿਰਦਰਦੀ ਨੇ, ਲਾ ਅਬਾਈਡਿੰਗ ਸ਼ਬਦ ਵਰਤਿਆ ਗਿਆ, ਦੇ ਆਰ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਪੀਪਲ। ਸੋ ਹੁਣ ਉਸ ਨੂੰ ਚੈਲੰਜ ਕਰਨਾ ਤੇ ਉਸ ਦੀ ਲੜਾਈ, ਜਿਹੜਾ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਲਗਭਗ 62 ਸਾਲ ਬਾਅਦ ਜਿੱਥੇ ਆ ਕੇ ਸਿੱਖ ਕੌਮ ਖੜੀ ਹੈ, ਔਰ ਖਾਸ ਤੌਰ ਤੇ ਜੂਨ 1984 ਨਵੰਬਰ 1984 ਸਾਰੇ ਵਰਤਾਰੇ ਨੂੰ ਦੇਖਦੇ ਹਾਂ, ਤੇ ਸਰਦਾਰ ਕਪੂਰ ਸਿੰਘ ਸੱਚਮੁੱਚ ਇੱਕ ਸਾਚੀ ਸਾਖੀ ਨੇ। ਸਾਖੀ ਸ਼ਬਦ ਅਸੀਂ ਐਵੀਡੈਂਸ ਦੇ ਲਈ ਵਰਤਦੇ ਹਾਂ, ਵਿਟਨੈਸ ਦੇ ਲਈ ਵਰਤਦੇ ਹਾਂ, ਔਰ ਉਹਨਾਂ ਨੇ ਆਪਣੀ ਉਹ ਇੱਕ ਸਵੈ ਜੀਵਨੀ ਨੁਮਾ ਜਿਹੜੀ ਉਹਨਾਂ ਦੀ ਸਿੱਖ ਕੌਮ ਦੀ ਕਹਾਣੀ ਹੈ, ਉਹਦੇ 'ਚ ਕੋਈ ਉਹਨਾਂ ਨੇ ਆਪਣੀ ਕਹਾਣੀ ਦਿੱਤੀ, ਪਰ ਉਹ ਉਹਨਾਂ ਦੀ ਕਹਾਣੀ ਹੀ ਸਿੱਖ ਕੌਮ ਦੀ ਤਰਾਸਦੀ ਦੀ ਕਹਾਣੀ ਹੈ, ਗਵਾਏ ਹੋਏ ਮੌਕਿਆਂ ਦੀ ਕਹਾਣੀ ਹੈ 47 ਤੋਂ ਪਹਿਲਾਂ ਦੇ ਦੌਰ 'ਚ। ਔਰ ਉਹਦੇ 'ਚ ਜਦੋਂ ਉਹ ਉਹਦੇ ਪਹਿਲੇ ਪੇਜ ਦੇ ਉੱਤੇ ਲਿਖਦੇ ਨੇ, ਗੁਰਬਾਣੀ ਨੂੰ ਕੋਟ ਕਰਦੇ ਨੇ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੇ ਬੋਲੇ ਜੇ ਪੇਖੇ ਆਖੀ, ਕਿ ਵੀ ਜੋ ਆਪਣੇ ਨਾਲ ਮੈਂ ਹੰਡਾਈ ਹੈ ਇਹ ਇੱਕ ਉਸ ਦੀ ਐਵੀਡੈਂਸ ਹੈ, ਵਿਟਨੈਸ ਹੈ, ਸਾਖੀ ਹੈ। ਹੁਣ ਦੋ ਗੱਲਾਂ ਇਸ ਦੇ ਵਿੱਚ ਖਾਸ ਨੇ ਕਿ ਨਾ ਸਿਰਫ ਸਰਦਾਰ ਕਪੂਰ ਸਿੰਘ ਦੇ ਜਿਉਂਦਿਆਂ ਜੀ ਜਿਹੜਾ ਅੱਜ ਦੇ ਦੌਰ ਦੀ ਅਕਾਲੀ ਲੀਡਰਸ਼ਿਪ ਤਾਂ ਇਸ ਕਦਰ ਡੀਜਨਰੇਟ ਹੈ ਕਿ ਹੁਣ ਜਿਹੜੇ ਪੁਰਾਣੇ ਦੌਰ ਦੀ ਲੀਡਰਸ਼ਿਪ ਹੈ, ਅਕਾਲੀ ਲੀਡਰਸ਼ਿਪ, ਉਹ ਬਹੁਤ ਕਦਾਵਰ ਲੱਗਦੀ ਹੈ ਇਹਨਾਂ ਨੂੰ ਦੇਖਦੇ ਆ, ਪਰ ਉਹ ਲੀਡਰਸ਼ਿਪ ਵੀ ਸਰਦਾਰ ਕਪੂਰ ਸਿੰਘ ਤੋਂ ਤਰਹਿੰਦੀ ਸੀ, ਕਿਉਂਕਿ ਸੱਚੀ ਸੁੱਚੀ ਗੱਲ, ਮੂੰਹ ਤੇ ਮਾਰਨ ਵਾਲੀ ਗੱਲ, ਇਫ ਐਂਡ ਬਟ ਨਾ ਕਰਨ ਵਾਲੀ ਗੱਲ, ਤੇ ਹੁਣ ਵਾਲਿਆਂ ਨੂੰ ਤਾਂ 23 ਸਾਲ ਬਾਅਦ ਉਹਨਾਂ ਦੇ ਨਾਂ ਤੋਂ ਵੀ ਡਰ ਆਉਂਦਾ ਹੈ। ਬਾਹਰ ਦੇ ਸਿੱਖਾਂ ਨੇ ਜਾ ਕੇ, ਜਿਵੇਂ ਵੈਨਕੂਵਰ ਤੋਂ ਸਰਦਾਰ ਸਾਹਿਬ ਗਏ, ਉਹਨਾਂ ਨੇ ਚੰਡੀਗੜ੍ਹ 'ਚ ਜਾ ਕੇ ਇੱਕ ਸੈਮੀਨਾਰ ਕਰਵਾਇਆ, ਪੰਜਾਬ ਦੀਆਂ ਕੁਝ ਜਥੇਬੰਦੀਆਂ ਵਧਾਈ ਦੀਆਂ ਪਾਤਰ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋ ਕੇ ਸੈਮੀਨਾਰ ਕੀਤਾ, ਜਾਂ ਬਾਹਰ ਇੱਕ ਇਸ ਪੱਖੋਂ ਜਿਵੇਂ ਗਲੈਨਰੌਕ ਦੇ ਵਿੱਚ ਐਤਵਾਰ ਦਾ ਸਮਾਗਮ ਸੀ, ਕੈਨੇਡਾ ਦੇ ਅਖਬਾਰਾਂ ਨੇ ਸਪੈਸ਼ਲ ਅੰਕ ਕੱਢੇ ਨੇ, ਚੜ੍ਹਦੀ ਕਲਾ ਇੰਟਰਨੈਸ਼ਨਲ ਨੇ ਸਪੈਸ਼ਲ ਅੰਕ ਕੱਢਿਆ, ਸਿੱਖ ਵਿਰਸਾ ਕੱਢ ਰਿਹਾ, ਕਾਲ ਗਾਰਡੀਅਨ ਨੇ ਕੱਢਿਆ, ਔਰ ਤੁਸੀਂ ਇਹ ਪ੍ਰੋਗਰਾਮ ਰੱਖਿਆ ਇਸ ਮੁੱਦੇ ਦੇ ਉੱਤੇ। ਸੋ ਇਹਨਾਂ ਨੂੰ ਜਿਹੜਾ ਇਗਨੋਰ ਕਰਨਾ ਜਿਹੜਾ ਉਹ ਇਸੇ ਲਈ ਹੈ ਕਿ ਨਾ ਸਰਦਾਰ ਸਾਹਿਬ ਦੀ ਵਿਚਾਰਧਾਰਾ, ਨਾ ਉਹਨਾਂ ਦੀ ਸੱਚਾਈ ਵਾਲੀ ਸ਼ਖਸੀਅਤ, ਤੇ ਉਹਨਾਂ ਦਾ ਜਿਹੜਾ ਬੇਬਾਕ ਅੰਦਾਜ਼ ਹੈ, ਇਹ ਇਹਨਾਂ ਨੂੰ ਪਸੰਦ ਨਹੀਂ। ਇਹਨਾਂ ਨੂੰ ਤਾਂ ਅੱਜ ਜਿਸ ਕਿਸਮ ਦਾ ਪੰਜਾਬ ਦਾ ਵਰਤਾਰਾ ਹੈ, ਤੁਸੀਂ ਅਕਸਰ ਪ੍ਰੋਗਰਾਮ ਉਸ 'ਤੇ ਕਰਦੇ ਰਹਿੰਦੇ ਹੋ, ਪਰ ਇੱਥੇ ਮੈਂ ਤੁਹਾਨੂੰ ਇੱਕ ਕਰੈਕਸ਼ਨ ਜ਼ਰੂਰ ਕਰਾਂਗਾ। ਤੁਸੀਂ ਇਹ ਕਮੈਂਟ ਪਹਿਲਾਂ ਵੀ ਕੀਤਾ ਹੈ, ਮੇਰਾ ਖਿਆਲ ਹੈ ਸ਼ਾਇਦ ਭਾਈ ਸਾਹਿਬ ਵੀ ਇਸ ਨੂੰ ਕਨਫਰਮ ਕਰਨਗੇ। ਸਰਦਾਰ ਸਾਹਿਬ ਨੇ ਕਦੇ ਵੀ ਕੋਈ ਇਲੈਕਸ਼ਨ ਪਾਰਲੀਮੈਂਟ ਦੀ ਲੂਜ਼ ਨਹੀਂ ਕੀਤੀ ਹੈ, ਜਾਂ ਜਿਹੜਾ ਤੁਸੀਂ ਡਰਾਈਵਰ ਵਾਲਾ ਪਾਰਟ ਹੈ, ਜੇ ਮੈਂ ਗਲਤ ਨਾ ਹੋਵਾਂ ਤੇ ਕਿੱਕਰ ਸਿੰਘ ਹੋਰਾਂ ਨੇ ਸ਼ਾਇਦ ਬਠਿੰਡੇ ਤੋਂ ਧੰਨਾ ਸਿੰਘ ਗੁਲਸ਼ਨ ਹੋਰਾਂ ਨੂੰ ਡਿਫੀਟ ਕੀਤਾ ਸੀ। ਸਰਦਾਰ ਸਾਹਿਬ ਮੈਂਬਰ ਪਾਰਲੀਮੈਂਟ ਰਹੇ ਨੇ 62 to 67, ਤੇ 67 ਦੇ ਵਿੱਚ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਉਹ MLA ਬਣੇ ਨੇ। ਸੋ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਕਰੈਕਟ ਕੀਤਾ ਜਾ ਸਕਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਨਾਲ ਬੇਇਨਸਾਫੀ ਨਹੀਂ ਹੋਈ, ਜਾਂ ਉਹਨਾਂ ਨੂੰ ਜਿਹੜਾ ਬਿਲਕੁਲ ਜਿਸ ਕਾਬਲੀਅਤ ਦੇ ਉਹ ਮਾਲਕ ਸਨ, ਜਦੋਂ MLA ਬਣੇ ਸਮਰਾਲਾ ਹਲਕੇ ਤੋਂ, ਜਸਟਿਸ ਗੁਰਨਾਮ ਸਿੰਘ ਦੀ ਗਵਰਨਮੈਂਟ ਸੀ, ਮਾਸਤਾਰਾ ਸਿੰਘ ਚੜ੍ਹਾਈ ਕਰ ਚੁੱਕੇ ਸੀ, ਉਸ ਤੋਂ ਬਾਅਦ ਦੋਨਾਂ ਅਕਾਲੀ ਦਲਾਂ ਦਾ ਮਿਲਾਪ ਹੋਇਆ, ਔਰ ਉਸ ਮਿਲਾਪ ਦੇ ਲਈ ਜਿਹੜਾ ਡਾਕੂਮੈਂਟ ਤਿਆਰ ਕੀਤਾ ਗਿਆ ਉਹ ਵੀ ਸਰਦਾਰ ਸਾਹਿਬ ਨੇ ਕੀਤਾ। ਸੰਤ ਫਤਿਹ ਸਿੰਘ ਪ੍ਰਧਾਨ ਸਨ, ਸਰਦਾਰ ਕਪੂਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ, ਔਰ ਉਹਦੇ ਥੱਲੇ ਜਿਹੜੇ ਮਾਸਟਰ ਅਕਾਲੀ ਦਲ ਦੇ 7 ਬੰਦੇ ਇਹਨਾਂ ਨੇ ਅਕਮੋਡੇਟ ਕੀਤੇ MLA ਦੇ ਲਈ। ਸਰਦਾਰ ਸਾਹਿਬ MLA ਬਣੇ, ਲੇਕਿਨ ਉਹਨਾਂ ਨੂੰ ਵਜ਼ੀਰ ਨਹੀਂ ਬਣਾਇਆ ਗਿਆ। ਔਰ ਜਿਹੜਾ ਉਹਨਾਂ ਦਾ ਉਹ ਡਾਕੂਮੈਂਟ ਸੀ ਆਪਸ 'ਚ ਮੇਲ ਵਾਲਾ ਕਿ ਸਿੱਖਾਂ ਦਾ ਰਾਜਸੀ ਨਿਸ਼ਾਨਾ, ਉਹਦੇ 'ਚ ਬੜਾ ਸਪਸ਼ਟ ਲਿਖਿਆ ਹੋਇਆ ਸੀ ਕਿ ਸਿੱਖਾਂ ਦਾ ਰਾਜਸੀ ਨਿਸ਼ਾਨਾ ਜੁਗੋ ਜੁਗੋ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ ਮੁਤਾਬਕ ਸਿੱਖਾਂ ਦੇ ਧੁਰ ਅੰਦਰ ਉਕਰਿਆ ਖਾਲਸਾ ਜੀ ਕੇ ਬੋਲ ਬਾਲੇ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਯੋਗ ਦੇਸ਼ ਕਾਲ ਦੀ ਘਾੜਨਾ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ। ਹੁਣ ਇਹ ਇਸ ਲਈ ਇੰਪੋਰਟੈਂਟ ਸੀ, ਦੋਨਾਂ ਦਲਾਂ ਦਾ ਮੇਲ ਹੋਇਆ ਕਿ ਇਸ ਡਾਕੂਮੈਂਟ ਦੀ ਕਿਉਂ ਲੋੜ ਹੈ, ਕਿਉਂਕਿ ਸੰਤ ਫਤਿਹ ਸਿੰਘ ਹੋਰਾਂ ਨੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਕਹਿ ਦਿੱਤਾ ਹੈ ਕਿ ਜੀ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ, ਹੁਣ ਸਾਡੀ ਕੋਈ ਮੰਗ ਨਹੀਂ।
ਲੇਕਿਨ ਉਸੇ ਦੌਰਾਨ ਉਸ ਤੋਂ 1 ਸਾਲ ਪਹਿਲਾਂ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਮਾਸਟਰ ਅਕਾਲੀ ਦਲ ਨੇ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ ਸੀ। ਹੁਣ ਜਦੋਂ ਅਕਾਲੀ ਦਲਾਂ ਦੇ ਰਲੇਵੇਂ ਦੀ ਗੱਲ ਚੱਲ ਰਹੀ ਸੀ ਤੇ ਰਾਜਸੀ ਤੌਰ ਤੇ ਵਖਰੇਵਾਂ ਵੀ ਸੀ, ਸੋ ਉਹਦੀ ਇਹ ਮਿਡਲ ਲਾਈਨ ਲੱਭੀ ਗਈ ਕਿ ਖਾਲਸਾ ਜੀ ਕੇ ਬੋਲਬਾਲੇ ਦੇ ਥੱਲੇ ਤੇ ਦੇਸ਼ ਕਾਲ ਦੀ ਘਾੜਨਾ, ਇਹੋ ਜਿਹੀ ਸ਼ਬਦ ਮੁੜ ਕੇ ਅਨੰਦਪੁਰ ਸਾਹਿਬ ਦੇ ਮਤੇ 'ਚ ਜਿਹੜਾ 1973 ਦੇ ਵਿੱਚ ਅਨੰਦਪੁਰ ਸਾਹਿਬ 'ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਪਾਸ ਕਰਦੀ ਹੈ, ਇਹੋ ਜਿਹੀ ਲਗਭਗ ਸ਼ਬਦ ਆਉਂਦੇ ਨੇ। ਸੋ ਜਿਹੜਾ ਓਵਰਆਲ ਬਿਟਰੇਅਲ ਹੈ, ਸਰ ਸਾਹਿਬ ਆਪਣੇ ਨਿੱਜ ਸਤਕਾਰ ਜਾਂ ਅਪਮਾਨ ਬਾਰੇ ਸ਼ਾਇਦ ਉਹ ਕਦੇ ਪਰਵਾਹ ਨਾ ਕਰਦੇ, ਪਰ ਉਹਨਾਂ ਨੂੰ ਜਦੋਂ ਅਕਾਲੀ ਲੀਡਰਸ਼ਿਪ ਨੂੰ ਵੀ ਇਵੈਲੂਏਟ ਕਰਦੇ ਸਨ ਜਾਂ ਉਹਨਾਂ ਬਾਰੇ ਕਦੇ ਕਮੈਂਟ ਕਰਦੇ ਸੀ, ਤੇ ਉਹ ਕੌਮ ਦੇ ਨਿਸ਼ਾਨੇ ਤੋਂ ਥਿੜਕਣਾ ਜਾਂ ਕੌਮ ਦੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਦੇ ਨਾਲ ਜਿਹੜਾ ਉਹ ਨਾ ਤੁਰਨਾ, ਇਹ ਫੈਕਟਰ ਸੀ ਜਿਸ ਲਈ ਨੌਜਵਾਨਾਂ ਦੇ ਵਿੱਚ ਉਹਨਾਂ ਦਾ ਅਥਾਹ ਵਿਸ਼ਵਾਸ ਸੀ। 1970ਵਿਆਂ ਦੇ ਵਿੱਚ ਚੰਡੀਗੜ੍ਹ 'ਚ ਅਕਸਰ ਇੱਕ ਤੋਂ ਬਾਅਦ ਇੱਕ ਸੈਮੀਨਾਰ ਹੋਏ ਜਿਹਦੇ 'ਚ ਉਹਨਾਂ ਨੇ ਬੜੇ ਬੇਬਾਕ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਐਡਰੈਸ ਕਰਦਿਆਂ ਕਿਹਾ ਕਿ ਵੀ ਇਸ ਲੀਡਰਸ਼ਿਪ ਤੋਂ ਤੁਹਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ, ਤੁਹਾਨੂੰ ਖਲੋਣਾ ਪਏਗਾ ਕੌਮ ਦੀ ਹੋਣੀ ਬਣਾਉਣ ਦੇ ਲਈ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਜਦੋਂ ਸਿੱਖ ਮੰਚ ਦੇ ਉੱਤੇ ਉੱਭਰਦੇ ਨੇ 1978 ਤੋਂ ਬਾਅਦ ਦੇ ਫੇਸ, ਤੇ ਫਿਰ ਸਰ ਕਪੂਰ ਸਿੰਘ ਤੇ ਉਹਨਾਂ ਦੀ ਮੁਲਾਕਾਤ ਜਿਹੜੀ ਪਿਕਚਰ ਇੱਕ ਬੜੀ ਵਾਈਡਲੀ ਸਰਕੂਲੇਟ ਹੋਈ ਹੈ, ਗੁਰੂ ਨਾਨਕ ਨਿਵਾਸ ਦੀ ਛੱਤ ਦੇ ਉੱਤੇ ਬੈਠੇ ਨੇ। ਸੋ ਉਦੋਂ ਤੱਕ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਜਿਹੜਾ ਬਿਲਕੁਲ ਇੱਕ ਡੈਸਪਰੇਟ ਜਾਂ ਹੋਪਲੈਸ ਪਿਕਚਰ ਹੈ, ਹੁਣ ਉਹ ਨਹੀਂ ਰਹੀ, ਹੁਣ ਉਹ ਵਾਰਸ ਜਿਹੜੇ ਨੇ ਇਸ ਗੱਲ ਨੂੰ ਅੱਗੇ ਤੋਰਨਗੇ। ਸੋ ਮੈਂ ਸਮਝਦਾ ਜਦੋਂ ਅੱਜ ਅਸੀਂ ਜਿੱਥੇ ਆ ਕੇ ਖੜੇ ਹਾਂ ਜੀ, ਉਹਦੇ 'ਚ ਸਾਨੂੰ ਇਸ ਸਰਦਾਰ ਕਪੂਰ ਸਿੰਘ ਦੀ ਲਾਈਫ, ਇਨਫੈਕਟ ਉਹਨਾਂ ਦੀ ਕੋਈ ਇੰਡੀਵਿਜੂਅਲ ਕਹਾਣੀ ਨੂੰ ਹੀ ਅਸੀਂ ਸ਼ਾਇਦ ਨਾ ਬਿਆਨ ਕਰਨ ਲਈ ਇੱਥੇ ਆਏ ਹੋਏ। ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਸਮੁੱਚੀ ਕੌਮ ਦਾ ਬੀਤੇ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ ਜੀ, ਅੱਜ ਦਾ ਵੀ ਹੈ, ਔਰ ਇਸ 'ਚੋਂ ਅਸੀਂ ਭਵਿੱਖ ਨੂੰ ਵੀ ਤਰਾਸ਼ਣਾ ਹੈ, ਭਵਿੱਖ ਨੂੰ ਵੀ ਲੱਭਣਾ ਹੈ ਔਰ ਭਵਿੱਖ ਨੂੰ ਵੀ ਸਿਰਜਣਾ। ਰਾਈਟ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਮਾਣਮੱਤੇ ਪੰਜਾਬੀਆਂ ਦੀ ਕਚਹਿਰੀ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅੱਜ ਦਾ ਵਿਸ਼ਾ ਬੜਾ ਸੰਜੀਦਾ ਤੇ ਗਹਿਰਾ ਵਿਸ਼ਾ ਹੈ ਔਰ ਅਸੀਂ ਤੁਹਾਡੀਆਂ ਕਾਲਸ ਲੈਣੀਆਂ ਨੇ। ਔਰ ਤੁਸੀਂ ਇਹ ਨਾ ਸਮਝਣਾ ਕਿਉਂਕਿ ਕਾਫੀ ਕਾਲਸ ਆ ਰਹੀਆਂ ਨੇ ਕਿ ਸ਼ਾਇਦ ਇਹ ਕਾਲਸ ਨਹੀਂ ਲੈ ਰਹੇ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦਾ ਕਿ ਤੁਸੀਂ ਹੁਣ ਸਾਨੂੰ ਕਾਲ ਕਰ ਸਕਦੇ ਹੋ। ਔਰ ਜੇਕਰ ਤੁਹਾਡੀ ਸਾਡੇ ਨਾਲ ਕਾਲ ਦੇ ਉੱਤੇ ਰਾਬਤਾ ਨਾ ਵੀ ਹੋ ਸਕੇ ਤਾਂ ਤੁਸੀਂ info@justpunjabi.com ਔਰ riyad@justpunjabi.com ਦੇ ਉੱਤੇ ਤੁਸੀਂ ਸਾਨੂੰ ਆਪਣਾ ਜਿਹੜਾ ਹੈ ਉਹ ਮੈਸੇਜ, ਸੰਦੇਸ਼ ਜਾਂ ਜੋ ਵੀ ਤੁਹਾਡੀਆਂ ਭਾਵਨਾਵਾਂ ਨੇ ਉਹ ਭੇਜ ਸਕਦੇ ਹੋ। ਸੋ ਪ੍ਰੋਗਰਾਮ ਇਸੇ ਵਹਾਅ, ਇਸੇ ਰਫ਼ਤਾਰ ਦੇ ਵਿੱਚ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੁੜ ਹਾਜ਼ਰ ਹੋਏ ਆ ਪੰਜਾਬੀ ਕਚਹਿਰੀ ਦੇ ਵਿੱਚ। ਸਰਦਾਰ ਕਪੂਰ ਸਿੰਘ ਹੋਰਾਂ ਦੇ ਉੱਤੇ ਚੱਲ ਰਹੀ ਵਿਚਾਰ ਚਰਚਾ, ਉਹਨਾਂ ਦੇ ਜੀਵਨ ਦੇ ਉੱਤੇ ਔਰ ਹਾਲਾਤਾਂ ਦੇ ਉੱਤੇ, ਅਤੀਤ, ਵਰਤਮਾਨ ਤੇ ਭਵਿੱਖ ਦੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਦੀ ਅੱਜ ਦੇ ਇਸ ਵਿਸ਼ੇ ਦੇ ਉੱਤੇ ਸਰਦਾਰਾਂ ਦਾ ਸਰਦਾਰ। ਸੋ ਮੈਂ ਚਾਹਾਂਗਾ ਕਿ ਡਾਕਟਰ ਸਾਹਿਬ ਹੋਰੀ ਜਾਂ ਲਾਂਬਾ ਸਾਹਿਬ ਹੋਰਾਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਸੱਜਣਾਂ ਦੀਆਂ ਕਾਲਸ ਜਿਹੜੀਆਂ ਕਾਫੀ ਦੇਰ ਤੋਂ ਉਹਨਾਂ ਨੇ ਹੋਲਡ ਕੀਤੀਆਂ ਹੋਈਆਂ ਨੇ, ਮੈਂ ਸਾਰੇ ਕਾਲਰਸ ਨੂੰ ਬੇਨਤੀ ਕਰਾਂਗਾ ਟੂ ਦੀ ਪੁਆਇੰਟ ਛੋਟੀ ਗੱਲ ਰੱਖਾਂਗੇ ਆਪਾਂ ਔਰ ਸਾਰੀ ਗੱਲਬਾਤ ਜਿਹੜੀ ਹੈ ਉਹ ਅੱਜ ਦੇ ਵਿਸ਼ੇ ਨਾਲ ਹੀ ਸੰਬੰਧਿਤ ਹੋਵੇ। ਹੈਲੋ ਹੈਲੋ ਹੈਲੋ, ਮੇਰਾ ਖਿਆਲ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਜੀ? ਮਨੀਸ਼ਾ ਕੌਰ। ਹਾਂਜੀ ਹਾਂਜੀ ਮਨੀਸ਼ਾ ਜੀ, ਹੁਕਮ ਕਰੋ ਜੀ। ਹਾਂਜੀ ਕਰੋ ਗੱਲ ਜੀ ਮਨੀਸ਼ਾ ਜੀ। ਕਨਫਿਊਜ਼ ਹੋ ਗਏ, ਕੋਈ ਗੱਲ ਨਹੀਂ, ਅਗਲੀ ਵਾਰ ਸਹੀ। ਹੈਲੋ ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਜੀ ਮੈਂ ਪਰਮਿੰਦਰ ਸਿੰਘ ਸੋਚਤ ਕਰ ਰਿਹਾ। ਹਾਂਜੀ ਸੋਚ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਯਾਰ ਵੀ ਠੀਕ ਠਾਕ ਹੋ? ਬਸ ਕਿਰਪਾ ਹੋ ਰਹੀ ਹੈ ਜੀ। ਇੱਕ ਤੇ ਮੇਰੀ ਲਾਂਬਾ ਸਾਹਿਬ ਨੂੰ ਖਾਸ ਫਤਿਹ ਮਿਲਾਓ ਜੀ ਜੀ। ਉਹਨਾਂ ਨੂੰ ਇਹ ਦੱਸੋ ਕਿ ਮੈਂ ਸਰਦਾਰ ਨਰਿੰਦਰ ਸਿੰਘ ਸੋਚ ਦਾ ਲੜਕਾ ਵਾਂ ਜੀ। ਆਪ ਵੀ ਤੁਸੀਂ ਬੁਲਾਓ ਜੀ, ਉਹ ਸੁਣ ਰਹੇ ਨੇ। ਅੱਛਾ ਜੀ, ਵਾਹਿਗੁਰੂ ਜੀ ਕੀ ਲਾਂਬਾ ਫਤਿਹ। ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੋਈ ਜੀ। ਮਿਹਰਬਾਨੀ ਵੀ ਤੁਹਾਡੀ, ਬਹੁਤ ਦਇਆ ਤੁਹਾਡੀ ਜੀ। ਅੱਛਾ ਗੱਲ ਹੈ ਰਿਆੜ ਸਾਹਿਬ, ਜੀ ਜੀ। ਮੇਰੇ ਪਾਸ ਬਹੁਤਾ ਤੇ ਮਟੀਰੀਅਲ ਨਹੀਂ, ਪਰ ਬਾਬਾ ਨਾਨਕ ਜੀ ਨੇ ਕਹਿੰਦਾ ਨਾ, ਸੱਚ ਸੁਣਾਏ ਸੀ ਸੱਚ ਕੀ ਬੇਲਾ ਜੀ। ਸਰਦਾਰ ਕਪੂਰ ਸਿੰਘ ਹੋਰਾਂ ਨੇ ਹਮੇਸ਼ਾ ਸੱਚ ਕਿਹਾ ਹੈ ਜੀ। ਔਰ ਜਿਹੜੀ ਟ੍ਰੈਜਡੀ ਹੈ ਸਿੱਖ ਕੌਮ ਦੀ ਉਹ ਇਹ ਹੈ ਕਿ ਜਿਵੇਂ ਇੱਕ ਗਾਣਾ ਸਾਰਿਆਂ ਨੇ ਸੁਣਿਆ ਹੋਇਆ ਹੈ ਜੀ। ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ ਮੇਰੇ ਯਾਰ ਹੁਮ ਹੁਮਾ ਕੇ ਚਲਣਗੇ। ਕੀ ਬਾਤ ਹੈ। ਸਰਦਾਰ ਕਪੂਰ ਸਿੰਘ ਦੇ ਨਾਲ ਇਹ ਸਾਰੇ ਸਾਡੇ ਪੋਲੀਟੀਸ਼ੀਅਨਸ ਨੇ ਇਹੀ ਕੀਤਾ ਹੈ ਜੀ।
ਸਣੇ ਮਾਸਟਰ ਤਾਰਾ ਸਿੰਘ ਦੇ ਤੇ ਸਣੇ ਫਤਿਹ ਸਿੰਘ ਤੇ ਚੰਨਣ ਸਿੰਘ ਦੇ। ਜੀ ਮੈਨੂੰ ਇੱਥੋਂ ਤੱਕ ਯਾਦ ਹੈ ਕਿ ਮੇਰੇ ਸਹੁਰਾ ਸਾਹਿਬ ਗਿਆਨੀ ਮਹਿੰਦਰ ਸਿੰਘ ਜੋ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਹੇ ਨੇ ਫਾਰ ਦਾ ਮੈਕਸਿਮਮ ਪੀਰੀਅਡ 40-45 ਸਾਲ। ਜੀ ਮੈਨੂੰ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ ਕਿ ਫਤਿਹ ਸਿੰਘ ਦਾ ਜਿਹੜਾ ਸੈਕਟਰ ਸੀ ਨਾ ਜੀ, ਉਹ ਸਾਰੇ ਇੱਥੋਂ ਤੱਕ ਇਸ ਇੰਤਹਾ ਤੱਕ ਪਹੁੰਚ ਗਏ ਕਿ ਉਹ ਕਹਿਣ ਲੱਗ ਪਏ ਕਿ ਸਰਦਾਰ ਕਪੂਰ ਸਿੰਘ ਦਾ ਸਿਰ ਫਿਰ ਗਿਆ। ਇਸ ਤੋਂ ਵੱਡੀ ਟ੍ਰੈਜੇਡੀ ਕੀ ਹੋ ਸਕਦੀ ਹੈ ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਮਹਾ ਵਿਦਵਾਨ ਹੋਵੇ ਜੀ, ਬਹੁਤ ਹੀ ਕਾਬਿਲ ਇਨਸਾਨ ਹੋਵੇ, ਜਿਹੜੀਆਂ ਲਿਖਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਇੱਕ ਬਹੁਤ ਸਕਾਲਰਲੀ ਬੰਦਾ ਹੈ ਜੀ, ਉਹਦੇ ਬਾਰੇ ਐਸੇ ਅਲਫਾਜ਼ ਕਹਿਣੇ, ਇਹ ਅਸੀਂ ਆਪਣੀ ਮੂਰਖਤਾ ਦਾ ਸਬੂਤ ਦੇ ਰਹੇ ਹਾਂ। ਸੋ ਬਿਲਕੁਲ ਸੋਚ ਸਾਹਿਬ, ਤੁਹਾਡੇ ਬਾਰੇ ਨਾਲ ਮੈਂ ਬਿਲਕੁਲ ਐਗਰੀ ਹਾਂ ਔਰ ਬੇਇਨਸਾਫੀ ਦੀ ਦਾਸਤਾਨ ਤੇ ਸੱਚ ਬੋਲਣਿਆਂ ਵਾਲਿਆਂ ਦੇ ਸਿਰ ਤੇ ਤਲਵਾਰ ਤੇ ਹਮੇਸ਼ਾ ਚਾਹੇ ਆਪਣੇ ਤੇ ਬਗਾਨਿਆਂ ਵੱਲੋਂ ਲਟਕਦੀ ਰਹੀ ਹੈ, ਕਿਉਂਕਿ ਇਹ ਸਿੱਖ ਕੌਮ ਦਾ ਇੱਕ ਦੁਖਾਂਤ ਰਿਹਾ ਕਿ ਕਦੇ ਸਿੱਖ ਕੌਮ ਨੂੰ ਦੁਸ਼ਮਣ ਨੇ ਮਾਰਿਆ, ਕਦੇ ਰਹਿਬਰ ਨੇ ਮਾਰਿਆ। ਸੋ ਬੜਾ ਸ਼ੁਕਰੀਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਰਿਆੜ ਸਾਹਿਬ ਸਤਿ ਸ਼੍ਰੀ ਅਕਾਲ। ਕੌਣ ਸਾਹਿਬ ਬੋਲ ਰਹੇ ਜੀ? ਮੈਂ ਅਮਰਜੀਤ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਹਾਂਜੀ ਸਾਹਿਬ ਜੀ। ਆਈ ਜਸਟ ਵਾਂਟ ਟੂ ਪ੍ਰੇਜ਼ ਕਿ ਜੋ ਤੁਸੀਂ ਸ਼ੁਰੂ ਕੀਤਾ ਹੈਗਾ ਪ੍ਰੋਗਰਾਮ, ਇਹ ਸਦਕੇ ਜਾਵਾਂ ਤੁਹਾਡੇ ਤੋਂ। ਥੈਂਕ ਯੂ। ਔਰ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਔਰ ਤੁਸੀਂ ਪ੍ਰੋਪਰਲੀ ਗਾਈਡ ਕਰ ਲਿਆ ਹੋ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ। ਲਾਂਬਾ ਸਾਹਿਬ, ਮੈਂ ਫਿਰ ਤੁਹਾਡੇ ਨਾਲ ਮਤਲਬ ਉਸੇ ਗੱਲ ਤੋਂ ਆਉਣਾ ਚਾਹੁੰਦਾ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਰਾਈਟ, ਉਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਪਹਿਲੇ ਜੇ ਅਕਾਲੀ ਆਗੂਆਂ ਦੀ ਵੀ ਗੱਲ ਲਾਈਏ ਤਾਂ ਬਹੁਤੇ ਅਕਾਲੀ ਆਗੂ ਜਿਹੜੇ ਸੀ ਉਹ ਕੁਛ ਨੂੰ ਛੱਡ ਕੇ ਅਨਪੜ੍ਹ ਹੋਏ। ਉਸ ਤੋਂ ਬਾਅਦ ਪਿਛਲੀ ਇੱਕ ਪੀੜ੍ਹੀ ਆਈ ਜਦੋਂ ਸ਼ਾਇਦ ਅਸੀਂ ਇਹ ਗੱਲ ਕਹਿ ਦਈਏ ਕਿ ਅੱਜ ਤੋਂ 10 ਵਰ੍ਹੇ ਪਹਿਲਾਂ ਦੀ ਜੇ ਅਕਾਲੀਆਂ ਦੀ ਵਜ਼ਾਰਤ ਵੀ ਦੇਖੀਏ ਤਾਂ 35-40% ਉਹਨਾਂ ਦੇ ਵਿੱਚ ਵਜ਼ੀਰ ਜਿਹੜੇ ਬਣੇ ਉਹ ਦੋਧੀ ਬਣੇ, ਐਜੂਕੇਸ਼ਨ ਤੋਂ ਸਖਣੇ, ਮਤਲਬ ਉਹ ਕੁਛ ਨਹੀਂ ਕਰ ਸਕਦੇ। ਪਰ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਇਹ ਗੱਲ ਕਰ ਲਈਏ, ਐਜੂਕੇਸ਼ਨ ਦਾ ਦੌਰ ਹੈ ਔਰ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਇਹ ਮਤਲਬ ਤੇਜ਼ੀ ਨਾਲ ਵੱਧ ਰਿਹਾ, ਲੋਕਾਂ ਤੱਕ ਗੱਲ ਜਾ ਰਹੀ ਹੈ। ਸਰਦਾਰ ਕਪੂਰ ਸਿੰਘ ਹੋਰਾਂ ਦੀ ਸ਼ਖਸੀਅਤ ਔਰ ਉਹਨਾਂ ਵੱਲੋਂ ਕੀਤੇ ਕੰਮਾਂ ਦਾ ਜਿਹੜਾ ਵੇਰਵਾ ਹੈ, ਜਿਵੇਂ ਅੱਜ ਇਸ ਗੱਲ ਦਾ ਦੁੱਖ ਹੈ ਕਿ ਸਰਦਾਰ ਸੁਰਜੀਤ ਸਿੰਘ ਬਰਨਾਲਾ ਜਿਹੜੇ ਤਾਮਿਲਨਾਡੂ ਨੇ ਗਵਰਨਰ ਨੇ, ਉਹ ਤੇ ਉਹਨਾਂ ਦੀ ਸਾਚੀ ਸਾਖੀ ਕਿਤਾਬ ਰਿਲੀਜ਼ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਸਿੱਖ ਕੌਮ ਦੇ ਉਸ ਮਹਾਨ ਹੀਰੇ ਦੀ 100 ਸਾਲਾ ਜਨਮ ਸ਼ਤਾਬਦੀ ਤੋਂ ਕਿਤੇ ਕੋਹਾਂ ਦੂਰ ਰਾਜਨੀਤਿਕ ਰੋਟੀਆਂ ਸੇਕਦੇ ਨੇ। ਸਰਕਾਰੀ ਤੌਰ ਦੇ ਉੱਤੇ ਮੇਰਾ ਖਿਆਲ ਉਹ ਸ਼ਤਾਬਦੀ ਜਿਹੜੀ ਹੈ ਉਸ ਜੋਸ਼ ਨਾਲ ਨਹੀਂ ਮਨਾਈ ਗਈ। ਮਤਲਬ ਮੈਂ ਤੁਹਾਡੇ ਨਾਲ ਇਹ ਸਵਾਲ ਕਰਨਾ ਚਾਹੁੰਦਾ ਕਿ ਸਰਦਾਰ ਕਪੂਰ ਸਿੰਘ ਹੋਰਾਂ ਦੀ ਜਿਹੜੀ ਸ਼ਖਸੀਅਤ ਹੈ, ਉਹਦਾ ਜਿਹੜਾ ਚਾਨਣ ਹੈ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਕਿਉਂਕਿ ਬਹੁਤੇ ਬੰਦਿਆਂ ਨੂੰ ਸਰਦਾਰ ਕਪੂਰ ਸਿੰਘ ਹੋਰਾਂ ਦੀ ਸ਼ਖਸੀਅਤ ਬਾਰੇ ਨਹੀਂ ਪਤਾ, ਪਰ ਸਿੱਖ ਕੌਮ ਦੀ ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਇੰਨੇ ਕੁ ਵਰ੍ਹਿਆਂ ਦੇ ਵਿੱਚ ਭੁੱਲਣ ਵਾਲੀ ਗੱਲ ਹੋ ਜਾਣਾ, ਮਤਲਬ ਅੱਜ ਇੱਕ ਤੁਹਾਡੇ ਵਰਗੇ ਵਿਦਵਾਨ, ਲੇਖਕ, ਪੱਤਰਕਾਰ ਸਰਦਾਰ ਜੀ ਬਾਰੇ ਜਾਣਦੇ ਨੇ, ਪਰ ਮੈਂ ਸਮਝਦਾ ਕਿ ਸਰਦਾਰ ਜੀ ਦੀ ਰੌਸ਼ਨੀ ਜਿਹੜੀ ਹੈ ਉਹ ਆਮ ਸਿੱਖਾਂ ਤੱਕ